ਘਰਾਂ ਦੀ ਵਿਕਰੀ ਹੈਗੀ ਹੈ ਉਹ ਆਲਮੋਸਟ 50% ਡਾਊਨ ਹੋ ਗਈ ਹੈ 2021 ਤੋਂ ਕੰਪੇਅਰ ਅਗਰ ਕਰੀਏ ਅਸੀਂ ਤੇ ਜੀ 5 ਲੱਖ ਤੁਹਾਨੂੰ ਵੀ ਪਤਾ ਹੈ ਮੈਟਰੋ ਵੈਂਕੂਵਰ ਏਰੀਆ ਜੀਟੀਏ ਕੁਝ ਵੀ ਨਹੀਂ ਲੱਭਣਾ ਇੱਕ ਕਮਰੇ ਦਾ ਕਹਿੰਦਾ ਨਾ ਖੁੰਝਾ ਵੀ ਨਹੀਂ ਆਣਾ। ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਸ਼ਮੀਨ ਕੌਰ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਜੇ ਆંકੜਿਆਂ ਦੀ ਗੱਲ ਕਰੀਏ ਤਾਂ ਇਸ ਟਾਈਮ ਤੇ ਕੈਨੇਡਾ ਵਿੱਚ ਕਮਰ ਤੋੜ ਮਹਿੰਗਾਈ ਚੱਲ ਰਹੀ ਹੈ ਔਰ ਉਹਦਾ ਸਿੱਧਾ ਅਸਰ ਪਿਆ ਹੈ ਰੀਅਲ ਏਸਟੇਟ ਮਾਰਕੀਟ ਤੇ। ਜੀ ਹਾਂ, ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਨਿਤਿਨ ਚੱਡਾ ਜੋ ਕਿ ਲਾਇਸੈਂਸਡ ਰੀਅਲਟਰ ਨੇ ਐਟ ਫਰੇਜ਼ਰ ਵੈਲੀ ਬੋਰਡ ਆਫ ਵੈਨਕੂਵਰ ਬ੍ਰਿਟਿਸ਼ ਕੋਲੰਬੀਆ। ਅੱਜ ਇਹਨਾਂ ਤੋਂ ਅਸੀਂ ਜਾਣਦੇ ਹਾਂ ਕਿ 2022 ਰੀਅਲ ਏਸਟੇਟ ਦੀ ਮਾਰਕੀਟ ਲਈ ਕਿਸ ਤਰ੍ਹਾਂ ਦਾ ਰਿਹਾ, ਕਿੱਦਾਂ ਦੀਆਂ ਵਿਕਰੀਆਂ ਹੋਈਆਂ ਔਰ 2023 ਵਿੱਚ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ। ਸਤਿ ਸ਼੍ਰੀ ਅਕਾਲ ਨਿਤਿਨ ਜੀ। ਥੈਂਕ ਯੂ, ਧੰਨਵਾਦ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਸਾਡੇ ਚੈਨਲ ਤੇ। ਬਹੁਤ ਚੰਗਾ ਲੱਗਿਆ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਕੋਲੇ ਆਏ। ਜੇ ਆਪਾਂ ਨਿਤਿਨ ਜੀ ਰੀਅਲ ਏਸਟੇਟ ਦੀ ਗੱਲ ਕਰੀਏ ਤਾਂ 2022 ਜੋ ਹੈ ਇੱਕ ਬਹੁਤ ਹੀ ਬੁਰਾ ਸਾਲ ਮੰਨਿਆ ਗਿਆ। ਕਿਹਦੇ ਵਿੱਚ? ਘਰਾਂ ਦੀ ਵਿਕਰੀ ਵਿੱਚ। ਰੈਸੀਡੈਂਸ਼ੀਅਲ ਜਿਹੜੀਆਂ ਪ੍ਰਾਪਰਟੀਆਂ ਨੇ, ਨੰਬਰਸ ਦੀ ਗੱਲ ਕਰੀਏ ਤਾਂ ਘਰਾਂ ਦੀ ਵਿਕਰੀ ਕੁਝ 50% ਘਟ ਗਈ ਸੀ ਦਸੰਬਰ ਦੇ ਮਹੀਨੇ ਤੱਕ ਜੇ ਕਿਹਾ ਜਾਵੇ ਤਾਂ। ਜੇ ਆਪਾਂ ਇੱਕ ਰਾਉਂਡ ਅਪ ਕਰੀਏ ਇਹਦੇ ਕੀ ਕਾਰਨ ਸੀ ਕਿ 2022 ਰੀਅਲ ਏਸਟੇਟ ਵਾਸਤੇ ਇੰਨਾ ਮਾੜਾ ਗਿਆ ਔਰ 2023 ਵਿੱਚ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ? 2022 ਦੀ ਜਿਹੜੀ ਰੀਅਲ ਏਸਟੇਟ ਦੀ ਅਸੀਂ ਅਗਰ ਮਾਰਕੀਟ ਨੂੰ ਸਟੱਡੀ ਕਰਾਂਗੇ, ਉਹਨੂੰ ਸਟੱਡੀ ਕਰਨ ਵਾਸਤੇ ਸਾਨੂੰ 2021 ਤੱਕ ਪਹਿਲੇ ਜਾਣਾ ਪਏਗਾ। ਤੇ 2021 ਜਦ ਕੋਵਿਡ ਚੱਲਦਾ ਪਿਆ ਸੀਗਾ, ਗਵਰਨਮੈਂਟ ਦੇ ਬੈਨੀਫਿਟ ਸਾਰੇ ਮਿਲਦੇ ਪਏ ਸੀ ਹਰ ਲੋਕਾਂ ਨੂੰ ਤੇ ਉਹਨਾਂ ਕੋਲ ਪੈਸੇ ਵੀ ਆ ਰਹੇ ਸੀ ਤੇ ਐਵਰੀਬਾਡੀ ਸਭ ਲੋਕਾਂ ਨੇ ਡਿਸਾਈਡ ਕੀਤਾ ਕਿ ਉਹ ਜੋ ਹੈ ਪੈਸਾ ਪਾਈਏ ਰੀਅਲ ਏਸਟੇਟ ਵਿੱਚ। ਤੇ ਉਹਦੇ ਕਾਰਨ ਰੀਅਲ ਏਸਟੇਟ ਮਾਰਕੀਟ 2021 ਚ ਬਹੁਤ ਬੂਮ ਕੀਤੀ, ਇਨਕਰੀਜ਼ ਹੋਇਆ ਤੇ ਉਹਦਾ ਇਫੈਕਟ ਜਿਹੜਾ ਰਿਹਾ ਉਹ 2022 ਫਸਟ ਕੁਆਟਰ ਤੱਕ ਰਿਹਾ। ਤੇ ਜਨਵਰੀ ਐਂਡ ਮਾਰਚ ਤੱਕ ਜਿਹੜਾ ਇਨਫਲੇਸ਼ਨ ਸੀਗਾ, ਜਿਹਨੂੰ ਕਹਿੰਦੇ ਆਪਣਾ ਜਿਹੜਾ ਰੇਟ ਵੱਧ ਗਏ ਇੱਥੇ ਕੈਨੇਡਾ 'ਚ ਬਹੁਤ ਜ਼ਿਆਦਾ ਵੱਧ ਗਏ, ਉਹਦੇ ਕਾਰਨ ਬੈਂਕ ਆਫ ਕੈਨੇਡਾ ਨੂੰ ਲੈਣਾ ਪਿਆ ਕੋਈ ਨਾ ਕੋਈ ਮੈਜਰ ਤੇ ਉਹਨਾਂ ਨੇ ਡਿਸਾਈਡ ਕੀਤਾ ਕਿ ਉਹ ਲੈਂਡਿੰਗ ਰੇਟ ਵਧਾਉਣ। ਜਦੋਂ ਲੈਂਡਿੰਗ ਰੇਟ ਵਧਾਉਣੇ ਸ਼ੁਰੂ ਕੀਤੇ ਤੇ ਉਹਦਾ ਇਫੈਕਟ ਪਿਆ ਰੀਅਲ ਏਸਟੇਟ ਮਾਰਕੀਟ ਤੇ ਧੀਰੇ ਲੋਕਾਂ ਦੀ ਜਿਹੜੀ ਖਰੀਦਣ ਦੀ ਕੈਪੈਸਿਟੀ ਸੀਗੀ ਉਹ ਘਟ ਗਈ ਤੇ ਪ੍ਰਾਈਸਿਸ ਵੀ ਗਿਰਨੇ ਸ਼ੁਰੂ ਹੋ ਗਏ ਤੇ ਆਪਣੀ ਜਿਹੜੀ ਸੇਲਸ ਦੀ ਉਹ ਵੀ ਗਿਰਨੀਆਂ ਸ਼ੁਰੂ ਹੋ ਗਈਆਂ। ਅਸੀਂ ਇੱਕ ਐਗਜ਼ਾਮਪਲ ਦਿੰਦੇ ਹਾਂ ਕਿ ਜਿਹੜਾ ਲਾਸਟ ਈਅਰ ਆਪਣਾ ਪ੍ਰਾਈਮ ਲੈਂਡਿੰਗ ਰੇਟ ਜੋ ਸੀਗਾ ਉਹ 7 ਵਾਰ ਵਧਾਇਆ ਗਿਆ ਤੇ ਅੱਜ ਦੀ ਡੇਟ ਦਸੰਬਰ 7 ਨੂੰ ਜੋ ਲਾਸਟ ਇੰਕਰੀਜ਼ ਹੋਇਆ ਜਦੋਂ 7ਵੀਂ ਵਾਰ ਤੇ ਉਹ ਪ੍ਰਾਈਮ ਲੈਂਡਿੰਗ ਰੇਟ 6.45 ਤੇ ਪਹੁੰਚ ਗਿਆ, ਜੋ ਇੱਕ ਬਹੁਤ ਹੀ ਵੱਡਾ ਇੰਕਰੀਜ਼ ਹੈਗਾ। ਤੇ ਹੁਣ ਅੱਜ ਦੀ ਡੇਟ ਵਿੱਚ ਜਿਹੜੇ ਲੋਕ ਹੈਗੇ ਨੇ ਉਹ ਕੁਆਲੀਫਾਈ ਨਹੀਂ ਕਰਦੇ ਘਰ ਖਰੀਦਣ ਵਾਸਤੇ ਤੇ ਦੈਟਸ ਵਾਈ ਜਿਹੜਾ ਪ੍ਰਾਈਸ ਹੈਗਾ ਉਹ ਥੋੜਾ ਜਿਹਾ ਕਰੈਕਟ ਹੋਇਆ ਹੈ। ਆਪਾਂ ਕਹਾਂਗੇ 20 ਤੋਂ 25% ਪ੍ਰਾਈਸ ਡਾਊਨ ਹੋਇਆ ਪਿਛਲੇ 1 ਸਾਲ ਵਿੱਚ ਤੇ ਜਿਹੜੀ ਘਰਾਂ ਦੀ ਵਿਕਰੀ ਹੈਗੀ ਹੈ ਉਹ ਆਲਮੋਸਟ 50% ਡਾਊਨ ਹੋ ਗਈ ਹੈ 2021 ਤੋਂ ਕੰਪੇਅਰ ਅਗਰ ਕਰੀਏ ਅਸੀਂ ਤੇ ਜੀ। ਤੇ ਜੇ ਆਪਾਂ ਉਹਨਾਂ ਦੇ ਕਾਰਨ ਡਿਸਕਸ ਕਰਦੇ ਹਾਂ, ਇੱਕ ਤਾਂ ਆਪਾਂ ਇਨਫਲੇਸ਼ਨ ਕਹਿ ਦਿੰਦੇ ਹਾਂ, ਇੰਟਰਸਟ ਰੇਟਸ ਕਹਿ ਦਿੰਦੇ ਹਾਂ, ਕਿ ਇਹੀ ਸਾਰਾ ਕੁਝ ਜਿਹੜੇ ਕਾਰਨ ਨੇ ਆਪਾਂ ਇਹ 2023 ਚ ਲੈ ਕੇ ਅੱਗੇ ਵਧੇ ਹਾਂ ਜਾਂ ਤੁਹਾਨੂੰ ਕੀ ਲੱਗਦਾ ਸੀ ਇਹਨਾਂ ਨੂੰ ਪਿੱਛੇ ਛੱਡ ਇੱਕ ਮਾਰਕੀਟ 'ਚ ਇੱਕ ਨਵਾਂ ਸਟੈਪ ਰੱਖ ਰਹੇ ਹਾਂ? ਅਸੀਂ ਕੀ ਇਹਦਾ ਸਿਲਵਰ ਲਾਈਨਿੰਗ ਇਹ ਕਹਿ ਹੈਗੀ ਹੈ ਕਿ ਨਾ ਆਪਣੇ ਕੋਲ ਇੱਥੇ ਇਸ ਵੇਲੇ ਅਸੀਂ ਇੰਪਲੋਇਮੈਂਟ ਜਿਹੜਾ ਰੇਟ ਹੈਗਾ ਉਹ ਵੀ ਆਲ ਟਾਈਮ ਲੋ ਤੇ ਹੈਗਾ। ਜਿਹੜਾ ਅਨਇੰਪਲੋਇਮੈਂਟ ਰੇਟ ਹੈਗਾ ਉਹ 5% ਦੇ ਨੇੜੇ ਹੈਗਾ, ਯਾਨੀ ਕਿ ਜੌਬਸ ਇੱਥੇ ਬਹੁਤ ਹੈਗੀਆਂ ਨੇ ਤੇ ਕਮਾਉਣ ਦੀ ਅਪੋਰਚੁਨਿਟੀਜ਼ ਬਹੁਤ ਨੇ ਤੇ ਉਹ ਇਸ ਵੇਲੇ ਜਿਹੜੀ ਗਵਰਨਮੈਂਟ ਹੈ ਉਹਨੂੰ ਆਈ ਕਰਦੀ ਪਈ ਹੈ। ਦੈਟਸ ਵਾਈ ਉਹਨਾਂ ਨੇ ਇੰਕਰੀਜ਼ ਕੀਤੇ ਨੇ ਤੇ ਉਹ ਇੱਕ ਸਿਲਵਰ ਲਾਈਨਿੰਗ ਹੈ। ਲੋਕਾਂ ਦੀ ਜਿਹੜੀ ਕੈਪੈਸਿਟੀ ਬਾਇੰਗ ਦੀ ਉਹ ਵਧੂਗੀ ਕਿਉਂਕਿ ਉਹਨਾਂ ਦੀ ਇਨਕਮ ਵੱਧਦੀ ਪਈ ਹੈ। ਬਟ ਯੈਸ, ਜਦ ਤੱਕ ਇਹਨਾਂ ਇੰਟਰਸਟ ਰੇਟ ਨੂੰ ਸਟਾਪ ਨਹੀਂ ਲੱਗੂਗਾ ਤੇ ਮਾਰਕੀਟ ਵਿੱਚ ਰਿਵਾਈਵਲ ਆਉਣਾ ਇੰਨਾ ਆਸਾਨ ਨਹੀਂ ਹੈ। ਬਟ ਵੀ ਆਰ ਐਕਸਪੈਕਟਿੰਗ ਕਿ ਇਹਦੇ ਬਾਅਦ ਹੁਣ ਹੋਰ ਜ਼ਿਆਦਾ ਇੰਕਰੀਜ਼ ਨਾ ਹੋਏ। ਇੱਕ ਇੰਕਰੀਜ਼ 25 ਜਨਵਰੀ ਨੂੰ ਆਉਣ ਦੀ ਐਕਸਪੈਕਟੇਸ਼ਨ ਹੈਗੀ ਸਭ ਨੂੰ। ਉਹਦੇ ਬਾਅਦ ਸ਼ਾਇਦ ਇਹ ਵਾਪਸ ਮੁੜ ਕੇ ਬੈਂਕ ਆਫ ਕੈਨੇਡਾ ਦੇਖੇ ਕਿ ਆਪਾਂ ਸਲੋ ਡਾਊਨ ਕਰੀਏ ਤੇ ਲੋਕਾਂ ਨੂੰ ਹੋਰ ਚਾਂਸਸ ਮਿਲਣ ਖਰੀਦਣ ਦੇ। ਜੀ ਨਿਤਿਨ ਜੀ, ਤੁਸੀਂ ਹੁਣੇ ਇੱਕ ਇੰਟਰਸਟ ਰੇਟ ਇਨਕਰੀਜ਼ ਹੋਣ ਦੀ ਗੱਲ ਕੀਤੀ। ਇਹ ਤੋਂ ਪਹਿਲਾਂ ਤੁਸੀਂ ਦੱਸਿਆ ਸੀ ਕਿ ਜਿਹੜੇ 1 ਤੋਂ 2% ਦੇ ਇੰਟਰਸਟ ਰੇਟ ਸੀ ਉਹ ਵੱਧਦੇ 5 ਤੋਂ 6% ਤੱਕ ਹੋ ਗਏ, 6.45 ਟੂ ਬੀ ਐਗਜ਼ੈਕਟ। ਤੇ ਇੱਕ ਹੋਰ ਗੱਲ ਜਿਹੜੀ ਸੁਣਨ ਚ ਨਵੀਂ ਆਈ ਹੈ ਉਹ ਇਹ ਹੈ ਕਿ ਜਿਹੜੇ ਵੇਰੀਏਬਲ ਇੰਟਰਸਟ ਰੇਟਸ ਨੇਗੇ, ਇੱਕ ਫਿਕਸਡ ਨੇ ਇੱਕ ਵੇਰੀਏਬਲ, ਦੇ ਆਰ ਟਰਾਈਂਗ ਟੂ ਮੇਕ ਅ ਕਮਬੈਕ, ਮਤਲਬ ਉਹ ਮਾਰਕੀਟ 'ਚ ਹੁਣ ਵਾਪਸ ਆ ਰਹੇ ਨੇ ਲੋਕਾਂ ਵੱਲ। ਇਹਦੇ ਵੇਰੀਏਬਲ ਇੰਟਰਸਟ ਰੇਟ ਦੇ ਵਾਪਸ ਆਉਣ ਦੇ ਕਾਰਨ ਉਹਨਾਂ ਦਾ ਨੁਕਸਾਨ ਜਾਂ ਫਾਇਦਾ ਕੀ ਹੈ, ਇਹਦੇ ਬਾਰੇ ਸਾਨੂੰ ਥੋੜਾ ਦੱਸੋ। ਇਹਦੇ ਬਾਰੇ ਦੱਸਣ ਪਿੱਛੇ ਤੁਹਾਨੂੰ ਦੱਸਣਾ ਪਏਗਾ ਕਿ ਵੇਰੀਏਬਲ ਰੇਟ ਕੀ ਹੁੰਦਾ ਤੇ ਫਿਕਸ ਰੇਟ ਕੀ ਹੁੰਦਾ। ਤੇ ਫਿਕਸ ਰੇਟ ਹੁੰਦਾ ਜਦ ਕੋਈ ਮਾਰਗੇਜ ਤੁਸੀਂ ਬੈਂਕ ਤੋਂ ਲੋਨ, ਆਪਾਂ ਕਹਿ ਸਕਦੇ ਹਾਂ ਪੰਜਾਬੀ ਚ ਅਗਰ ਸਮਝਣਾ ਚਾਹੀਏ, ਲੋਨ ਲੈ ਰਹੇ ਹਾਂ ਤੇ ਲੋਨ ਕਿੰਨੇ ਵਿਆਜ ਦਰ ਤੇ ਮਿਲਦਾ ਹੈ। ਤਾਂ ਉਹ ਅਗਰ ਫਿਕਸ ਦਾ ਮਤਲਬ ਹੈ ਉਹ ਪੂਰਾ ਟੈਨਿਓਰ ਜਿਹੜਾ ਹੁੰਦਾ ਹੈ ਉਹ ਤੁਹਾਡਾ ਵਿਆਜ ਦਾ ਬੇਸਿਕਲੀ ਕੀ ਹੁੰਦਾ ਕਿ ਮਾਰਗੇਜ ਦੇ ਟੈਨਿਓਰ ਇੱਥੇ ਹੁੰਦੇ ਨੇ, ਜੇ 25 ਸਾਲ ਦੀ ਲਿੱਤੀ ਆਪਾਂ ਜਾਂ 30 ਸਾਲ ਦੀ ਲਿੱਤੀ, ਉਹ ਪੂਰੇ 25 ਜਾਂ 30 ਸਾਲ ਨੂੰ 5 ਜਾਂ 6 ਟਰਮਸ ਵਿੱਚ ਕਨਵਰਟ ਕਰ ਦਿੰਦੇ ਨੇ। ਜਿਵੇਂ 5 ਸਾਲ ਦੀ ਟਰਮ ਹੁੰਦੀ ਹੈ ਤਾਂ ਫਿਕਸਡ ਦਾ ਮਤਲਬ ਹੋ ਗਿਆ 5 ਸਾਲਾਂ ਤੱਕ ਉਨਾ ਹੀ ਰੇਟ ਆਫ ਇੰਟਰਸਟ ਰਹਿਣਾ ਹੈ।
ਵੇਰੀਏਬਲ ਦਾ ਮਤਲਬ ਹੋ ਗਿਆ ਜਿਵੇਂ ਜਿਵੇਂ ਬੈਂਕ ਆਫ ਕੈਨੇਡਾ ਪ੍ਰਾਈਮ ਲੈਂਡਿੰਗ ਰੇਟ ਉੱਪਰ ਥੱਲੇ ਕਰੂਗਾ ਉਹ ਉਹਨਾਂ ਦਾ ਜਿਹੜਾ ਰੇਟ ਹੈਗਾ ਇੰਟਰਸਟ ਉਹ ਉੱਪਰ ਥੱਲੇ ਹੁੰਦਾ ਰਹੇਗਾ। ਤੇ ਹੁਣ ਅੱਜ ਦੀ ਡੇਟ ਜਿਹੜਾ 6.5% ਅਸੀਂ ਕਹਿ ਰਹੇ ਹਾਂ ਪਹੁੰਚ ਗਿਆ 6.45%, ਤਾਂ ਸਾਰੇ ਲੋਕ ਇਹੋ ਐਂਟੀਸਿਪੇਟ ਕਰ ਰਹੇ ਨੇ ਕਿ ਹੁਣ ਇਸ ਤੋਂ ਜ਼ਿਆਦਾ ਹੋਰ ਜ਼ਿਆਦਾ ਵਧਣ ਦਾ ਰੂਮ ਨਹੀਂ ਰਿਹਾ ਤੇ ਲੋਕੀ ਹੁਣ ਚਾਹ ਰਹੇ ਨੇ ਕਿ ਫਿਕਸ ਨਾ ਲੈ ਕੇ, ਬਿਕੋਜ਼ ਅੱਜ ਦੀ ਡੇਟ 'ਚ ਅਗਰ ਫਿਕਸ ਲਵਾਂਗੇ ਤਾਂ 5.5 ਤੋਂ 6% ਤੇ ਮਿਲੂਗਾ। ਇਹੋ ਅਸੀਂ ਅਗਰ ਵੇਰੀਏਬਲ ਲਵਾਂਗੇ ਉਹ ਵੀ ਅਸੀਂ ਰੇਟ ਤੇ ਮਿਲੂਗਾ, ਬਟ ਵੇਰੀਏਬਲ ਦਾ ਫਾਇਦਾ ਇਹ ਹੈਗਾ ਕੱਲ ਨੂੰ ਜੇ ਪ੍ਰਾਈਮ ਲੈਂਡਿੰਗ ਰੇਟ ਬੈਂਕ ਆਫ ਕੈਨੇਡਾ ਘਟਾਊਗਾ ਸਾਡਾ ਰੇਟ ਆਫ ਇੰਟਰਸਟ ਘਟ ਜਾਊਗਾ ਤੇ ਸਾਡੀ ਜਿਹੜੀ EMI ਹੈਗੀ ਕਿਸ਼ਤ ਹੈਗੀ ਉਹ ਵੀ ਘਟ ਜਾਊਗੀ। ਦੈਟਸ ਵਾਈ ਪੀਪਲ ਆਰ ਨਾਓ ਆਪਟਿੰਗ ਫॉर ਵੇਰੀਏਬਲ ਰੇਟਸ। ਜਿਹੜੇ ਫਿਕਸ ਰੇਟ ਸੀਗਾ ਉਹ ਜਿਨ੍ਹਾਂ ਨੇ ਅੱਜ ਤੋਂ 1 ਸਾਲ ਪਹਿਲੇ ਫਿਕਸ ਰੇਟ ਨੂੰ ਕੀਤਾ ਸੀਗਾ ਆਪਟ, ਜਿਨ੍ਹਾਂ ਦਾ 1.5-2% ਰੇਟ ਸੀਗਾ ਉਹ ਅੱਜ ਵੀ 1.5-2% ਤੇ ਹੀ ਇੰਜੋਏ ਕਰ ਰਹੇ ਨੇ ਉਸ ਲੋਨ ਨੂੰ, ਤੇ ਉਹ ਬਹੁਤ ਘੱਟ ਪਰਸੈਂਟੇਜ ਹੈਗੀ ਹੈ ਲੇਕਿਨ ਹੈਗੀ ਹੈ ਉਹ ਵੀ। ਠੀਕ ਹੈ ਜੀ। ਜਿਵੇਂ ਇਹ ਘਟਣਗੇ ਜੇ ਟਾਈਮ ਨਾਲ ਤਾਂ ਇਹ ਵੱਧ ਵੀ ਸਕਦੇ ਨੇ, ਇਹ ਵੀ ਆਪਾਂ ਫਾਇਦਾ ਵੀ ਹੈ ਨੁਕਸਾਨ ਵੀ ਹੈ। ਚਲੋ ਆਪਾਂ ਫੋਕਸ ਕਰਨਾ ਹੈ ਫਾਇਦੇ ਤੇ। ਖੈਰ ਅਗਲਾ ਕੁਐਸਚਨ ਜੇ ਆਪਾਂ ਦੇਖੀਏ ਕਿ ਕੈਨੇਡਾ ਨੇ 2022 ਵਿੱਚ ਰਿਕਾਰਡ ਬ੍ਰੇਕਿੰਗ ਜਨਸੰਖਿਆ ਨੂੰ ਆਪਣੇ ਦੇਸ਼ ਵਿੱਚ ਬੁਲਾਇਆ। ਇਮੀਗ੍ਰੈਂਟਸ ਜਿਹਨੂੰ ਕਹਿੰਦੇ ਨੇ 4 ਲੱਖ 4.5 ਲੱਖ ਤੋਂ ਵੱਧ ਇਮੀਗ੍ਰੈਂਟਸ ਬੁਲਾਏ, ਅੱਜ ਤੱਕ ਦਾ ਸਭ ਤੋਂ ਵੱਡਾ ਇਹਨਾਂ ਦਾ ਸਟੈਪ ਸੀਗਾ। ਕੀ ਆਪਾਂ ਇਹ ਕਹਿ ਸਕਦੇ ਹਾਂ ਕਿ ਗਵਰਨਮੈਂਟ ਜਿਹੜੀ ਹੈ ਆਪਣੀ ਹੋਮ ਓਨਰਸ਼ਿਪ ਤੇ ਰੈਂਟਲ ਪ੍ਰਾਪਰਟੀਆਂ ਦੀ ਡਿਮਾਂਡ ਨੂੰ ਕਰਬ ਕਰਨ ਲਈ ਇੰਨੇ ਲੋਕਾਂ ਨੂੰ ਬੁਲਾ ਰਹੀ ਹੈ? ਜਦੋਂ ਇੰਨੀ ਮਹਿੰਗਾਈ ਹੈ ਤਾਂ ਇਹਦਾ ਪਰਪਸ ਕੀ ਹੈਗਾ ਐਗਜ਼ੈਕਟਲੀ? ਦੇਖੋ ਇਮੀਗ੍ਰੇਸ਼ਨ ਦਾ ਰੀਅਲ ਏਸਟੇਟ ਤੋਂ ਲਿੰਕ ਕੀ ਹੈ ਨਾ, ਦੂਜਾ ਹੈ ਬਲਕਿ ਇਮੀਗ੍ਰੇਸ਼ਨ ਰੀਅਲ ਏਸਟੇਟ ਨੂੰ ਲਿੰਕ ਕਰਦਾ, ਪਰ ਰੀਅਲ ਏਸਟੇਟ ਦਾ ਇਮੀਗ੍ਰੇਸ਼ਨ ਨੂੰ ਲਿੰਕ ਕਰਨ ਦਾ ਕੋਈ ਚੀਜ਼ ਨਹੀਂ ਹੈ। ਬੇਸਿਕ ਕੀ ਹੋ ਰਿਹਾ ਕਿ ਇੱਥੇ ਵਰਕਰਸ ਦੀ ਘਾਟ ਹੈ। ਆਪਾਂ ਕਹਾਂਗੇ ਨਾ ਕਿ ਕਾਮਯਾਬੀ, ਮੈਂ ਤੁਹਾਨੂੰ ਹੁਣੇ ਦੱਸਿਆ ਸੀਗਾ ਕਿ 5% ਅਨਐਮਪਲੋਇਮੈਂਟ ਰੇਟ ਹੈ। ਇਹਦਾ ਮਤਲਬ ਹੈ ਕਿ ਕੰਮ ਕਰਨ ਵਾਲੇ ਬੰਦੇ ਸਾਰੇ ਨੂੰ ਕੰਮ ਮਿਲਦਾ ਪਿਆ, ਤੇ ਇੱਥੇ ਵਰਕਰਸ ਦੀ ਘਾਟ ਕਰਕੇ ਜੋ ਆਪਣਾ ਕੰਸੈਂਟਰੇਸ਼ਨ ਹੈ ਇਮੀਗ੍ਰੇਸ਼ਨ ਕੈਨੇਡਾ ਦਾ ਉਹ ਹੈਗਾ ਮੋਰ ਐਂਡ ਮੋਰ ਵਰਕਰਸ ਨੂੰ ਲੈ ਕੇ ਆਣਾ। ਤਾਂ ਵਰਕਰਸ ਲਿਆਉਣ ਦੇ ਕਾਰਨ ਆਪਾਂ ਕਹੀਏ ਕਿ ਅਗਰ 2022 ਦਾ ਫਿਗਰ ਦੇਖਾਂਗੇ ਟੂ ਬੀ ਐਗਜ਼ੈਕਟ 4,37,000 ਲੋਕ ਪੱਕੇ ਹੋਏ ਨੇ, ਬਟ ਆਏ ਜ਼ਿਆਦਾ ਨੇ। 4,37,000 ਨੂੰ PR ਮਿਲੀ ਹੈ, ਬਟ ਆਏ ਹੋਣਗੇ ਮਿਲੀਅਨ ਤੋਂ ਹੀ ਵੱਧ। ਵਰਕਰਸ ਬਹੁਤ ਆਏ ਨੇ। ਹੁਣ ਨਵਾਂ ਪ੍ਰੋਗਰਾਮ ਇਹਨੇ ਜਨਵਰੀ 'ਚ ਲੈ ਕੇ ਆਏ ਨੇ, ਉਹਦੇ ਅੰਦਰ ਵੀ ਦੇ ਆਰ ਬ੍ਰਿੰਗਿੰਗ ਅਰਾਊਂਡ 2 ਲੱਖ ਮੋਰ, 2 ਲੱਖ ਔਰ ਲੋਕਾਂ ਨੂੰ ਬੁਲਾ ਰਹੇ ਨੇ ਐਜ਼ ਅ ਵਰਕਰ। ਤਾਂ ਮੇਨ ਕੀ ਹੈ ਕਿ 2030 ਤੱਕ ਕੈਨੇਡਾ ਵਿੱਚ ਕਰੀਬ 1 ਮਿਲੀਅਨ ਲੋਕਾਂ ਨੇ ਰਿਟਾਇਰ ਹੋ ਜਾਣਾ ਹੈ, यानी वर्कफोर्स ਦੀ और ਘਾਟ ਹੋ ਜਾਣੀ ਹੈ। ਦੈਟਸ ਵਾਈ ਇਹ ਚਾਹੁੰਦੇ ਨੇ ਕਿ और ਤੇ और ਵਰਕਰ ਆਣ। ਉਹਦਾ ਦੇਖੋ ਬੈਨੀਫਿਟ ਵੀ ਹੈ ਤੇ ਨੁਕਸਾਨ ਵੀ ਹੈ। ਬੈਨੀਫਿਟ ਇਹ ਹੈ ਕਿ ਵਰਕਫੋਰਸ ਆਏਗੀ, ਕੰਮ ਕਰੇਗੀ ਤਾਂ ਜਿਹੜੀ ਕਾਮਿਆਂ ਦੀ ਘਾਟ ਹੈ ਪੂਰੀ ਹੋ ਜਾਊਗੀ, ਬਟ ਦੈਨ ਲੋਕਾਂ ਦੇ ਆਣ ਕਰਕੇ ਤੁਹਾਨੂੰ ਪਤਾ ਹੀ ਹੈ ਕਿ ਹਾਊਸਿੰਗ ਦੀ ਡਿਮਾਂਡ ਇੰਕਰੀਜ਼ ਹੋਊਗੀ। ਡਿਮਾਂਡ ਇੰਕਰੀਜ਼ ਹੋਊਗੀ ਤੇ ਵਰਕਰ ਸ਼ੁਰੂ ਚ ਅਗਰ ਘਰ ਨਹੀਂ ਖਰੀਦ ਪਾਊਗਾ ਤਾਂ ਕੀ ਇੰਕਰੀਜ਼ ਕਰੂਗਾ? ਰੈਂਟਲ ਇੰਕਰੀਜ਼ ਕਰੂਗਾ। ਰੈਂਟਲ ਇੰਕਰੀਜ਼ ਹੋ ਰਿਹਾ ਤੇ ਇਹ ਅਸੀਂ ਦੇਖ ਰਹੇ ਹਾਂ ਅੱਜ ਦੀ ਡੇਟ ਵਿੱਚ ਰੈਂਟਲ ਬਹੁਤ ਜ਼ਿਆਦਾ ਹੋ ਗਏ ਨੇ। ਹਾਂਜੀ, ਤੇ ਇਹ ਵੀ ਹੈ ਕਿ ਇਸ ਸਾਲ ਵੀ ਐਕਸਪੈਕਟਡ ਹੈ ਕਿ ਰੈਂਟ ਕੁਝ 6% ਵਧਾਏ ਜਾਣਗੇ। ਜਦੋਂ ਇੰਨੀ ਮਹਿੰਗਾਈ ਚੱਲ ਰਹੀ ਹੈ ਫਿਰ ਆਪਾਂ ਉਸੇ ਮੁੱਦੇ ਤੇ ਆਨੇ ਆ ਕਿ ਰੈਂਟਲ ਪ੍ਰਾਪਰਟੀਆਂ ਵੀ ਮਹਿੰਗੀਆਂ ਹੋ ਗਈਆਂ ਨੇ। ਘਰ ਖਰੀਦਣਾ ਤਾਂ ਮਿਲੇਨੀਅਲਸ ਲਈ ਔਖਾ ਹੋ ਹੀ ਗਿਆ ਹੈ, ਪਰ ਹੁਣ ਰੈਂਟ ਦੇਣਾ ਵੀ ਬਹੁਤ ਔਖਾ ਹੈ। 2-2 ਜੌਬਸ ਕਰਕੇ ਲੋਕ ਆਪਣਾ ਬ੍ਰੇਕ ਈਵਨ ਪੁਆਇੰਟ ਤੱਕ ਪਹੁੰਚਦੇ ਨੇ। ਤਾਂ ਜਿਹੜੇ ਹੁਣ ਨਵੇਂ ਸਟੂਡੈਂਟਸ ਜਾਂ ਇਮੀਗ੍ਰੈਂਟਸ ਆ ਰਹੇ ਨੇ ਤੇ ਉਹ ਪਹਿਲੀ ਵਾਰੀ ਤਾਂ ਆ ਕੇ ਰੈਂਟ ਆਊਟ ਕਰਦੇ ਨੇ, ਤਾਂ ਤੁਸੀਂ ਉਹਨਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ ਆਪਣੇ ਵੱਲੋਂ ਕਿ ਤੁਸੀਂ ਇਸ ਮਹਿੰਗਾਈ ਦੇ ਮੌਸਮ ਵਿੱਚ, ਮਾਹੌਲ ਵਿੱਚ ਤੁਸੀਂ ਆਪਣੇ ਆਪ ਨੂੰ ਕਿੱਦਾਂ ਕੈਨੇਡਾ ਵਿੱਚ ਚੰਗੀ ਤਰ੍ਹਾਂ ਰੱਖ ਸਕਦੇ ਹੋ, ਪੈਸੇ ਸੇਵ ਵੀ ਕਰ ਸਕਦੇ ਹੋ ਤੇ ਆਪਣੀ ਜ਼ਿੰਦਗੀ ਵੀ ਇੰਜੋਏ ਕਰ ਸਕਦੇ ਹੋ? ਇਹਦਾ ਨਾ ਇੱਕ ਆਨਸਰ ਜਿਹੜਾ ਮੈਂ ਤੁਹਾਨੂੰ ਦੇਣਾ ਚਾਹਾਂਗਾ ਉਹ ਹੈਗਾ ਜਿਹੜਾ ਸਾਡੀ ਐਕਚੁਅਲੀ ਗਵਰਨਮੈਂਟ ਵੀ ਏਮ ਕਰਦੀ ਪਈ ਹੈ। ਉਹ ਚਾਹੁੰਦੇ ਪਏ ਨੇ ਲੋਕ ਜਿਹੜੇ ਮੈਟਰੋ ਏਰੀਆਜ਼ ਹੈਗੇ ਨੇ, ਜਿਵੇਂ ਆਪਾਂ ਲੈ ਲਈਏ ਮੈਟਰੋ ਵੈਂਕੂਵਰ ਏਰੀਆ, ਸਰੀ ਤੇ ਅਰਾਊਂਡਿੰਗ ਏਰੀਆ, ਜਾਂ GTA ਹੈਗਾ ਆਪਣਾ ਗ੍ਰੇਟਰ ਟੋਰਾਂਟੋ ਏਰੀਆ, ਜਾਂ ਐਵੇਂ ਕੈਲਗਰੀ, ਇਹ 3-4 ਏਰੀਆ ਤੇ ਕੰਸੈਂਟਰੇਸ਼ਨ ਹੈਗੀ ਆਪਣੀ ਪਾਪੂਲੇਸ਼ਨ ਜ਼ਿਆਦਾ। ਜਿਹੜਾ ਬਾਹਰੋਂ ਆਉਂਦੇ ਨੇ ਪੰਜਾਬ ਤੋਂ ਹੀ ਜਿਹੜੇ ਆਉਂਦੇ ਨੇ, ਹਰ ਕਿਸੇ ਨੂੰ ਪੁੱਛੋ ਕਿੱਥੇ ਜਾਣਾ ਹੈ, ਸਰੀ ਜਾਣਾ ਹੈ ਜਾਂ ਬਰੈਂਪਟਨ ਜਾਣਾ ਹੈ, ਸਰੀ ਜਾਣਾ ਹੈ, ਬਰੈਂਪਟਨ ਜਾਣਾ ਹੈ, ਕੋਈ ਕੈਲਗਰੀ ਵੀ ਕਹਿ ਦਿੰਦਾ। ਇਹ ਤੋਂ ਇਲਾਵਾ ਸਾਨੂੰ ਬੇਸਿਕਲੀ ਇਨ ਸਭ ਮੈਟਰੋ ਟਾਊਨਸ ਤੋਂ ਬਾਹਰ ਨਿਕਲਣਾ ਪਏਗਾ, ਰੀਜਨਲ ਏਰੀਆ ਵਿੱਚ ਜਾਣਾ ਪਏਗਾ। ਉਹ ਰੀਜਨਲ ਏਰੀਆ ਵਿੱਚ अपॉर्चुनिटीज भले घट होन थोड़ियां, बट दैन उत्थे कॉस्ट ऑफ लिविंग भी घट है। उत्थे तुहानू रेंटल प्रॉपर्टी सस्ती मिलणगियां, उत्थे तुसी खरीद भी सकते हो प्रॉपर्टियां, उत्थे तुहानू काम भी मिलेगा, बिजनेसिस भी हैगे ने उत्थे। ऑब्वियसली इन्ना जिन्ना इत्थे अपना GTA है, वैंकूवर हैगा, उन्नी अपॉर्चुनिटीज नहीं है, बट दैन देयर आर वो अनटैप्ड मार्केट हैगी है। ते मैनू पता जिहड़े अपने पंजाब तो आंदे ने या अपने इंडिया तो आंदे ने, दे आर एंटरप्राइजिंग, वो साल 2 साल 3 साल बाद पक्के होंदे अपने अपने काम खोल लेंदे ने। ते उन्हां कोल उत्थे बहुत रिक्वायरमेंट्स हैगियां और बहुत ज़्यादा अपॉर्चुनिटीज हैगियां। आई वुड सजेस्ट कि दे शुड टारगेट उस एरिया। एक सब तो बड़ा फायदा यह भी उस एरिया जानदा कि ਜਿਹੜੇ ਐਜ਼ ਵਰਕਰ ਆਉਂਦੇ ਨੇ ਤੇ ਆਪਣੇ ਆਪਣੇ ਕੱਲ ਨੂੰ ਪੱਕਾ ਹੋਣ ਦੀ ਉੱਥੇ ਜ਼ਿਆਦਾ ਈਜ਼ੀ ਹੈਗਾ ਪੱਕਾ ਹੋਣਾ। ਗਵਰਨਮੈਂਟ ਦੀ ਪਾਲਿਸੀਜ਼ ਈਜ਼ੀ ਹੈ ਤੇ ਤੁਹਾਨੂੰ ਘਰ ਖਰੀਦਣ ਦਾ ਵੀ ਉੱਥੇ ਈਜ਼ੀ ਹੈ। ਐਂਡ ਦੈਨ ਨਵੇਂ ਨਿਊ ਟਾਈਮ ਵਾਲੇ ਉਸਤੇ ਕੀ ਹੁੰਦਾ ਹੈ ਕਿ ਅੱਜ ਕੱਲ ਗਵਰਨਮੈਂਟ ਦੀ ਪਾਲਿਸੀ ਆਈ ਵੀ ਹੈ 5% ਤੇ ਵੀ ਯੂ ਕੈਨ ਡਾਊਨ ਤੇ ਵੀ ਘਰ ਖਰੀਦ ਲਓ। ਦੇ ਆਰ ਗਿਵਿੰਗ ਨਿਊ ਹੋਮ ਬਾਇਰਸ ਤੋਂ 5 ਲੱਖ ਤੱਕ ਦੇ ਜਿਹੜਾ ਡਾਊਨ ਪੇਮੈਂਟ ਹੈ ਉਹ ਵੀ ਗਵਰਨਮੈਂਟ ਕਈ ਸਕੀਮਸ ਵਿੱਚ ਫਾਈਨੈਂਸ ਕਰ ਰਹੀ ਹੈ। ਤਾਂ ਉਹਨਾਂ ਵਾਸਤੇ ਆਈ ਵੁੱਡ ਸੇ ਟਾਰਗੇਟ ਦ ਰੀਜਨਲ ਏਰੀਆਜ਼।
ਟਾਰਗੇਟ ਦ ਰੀਜਨ ਮਤਲਬ ਆਪਣੇ ਪਿੰਡ ਸਰੀ ਤੇ ਬ੍ਰੈਂਪਟਨ ਤੋਂ ਬਾਹਰ ਨਿਕਲ ਕੇ ਥੋੜਾ ਅਨਟੈਪਡ ਰੋਡ ਲੈਸ ਟਰੈਵਲਡ ਲਿਓ ਤੇ ਪੱਕੇ ਹੋਣ ਦੇ ਚਾਂਸਸ ਨੂੰ ਇੰਪਰੂਵ ਕਰੋ ਆਈ ਵੁੱਡ ਸੇ। ਤੇ ਹੁਣ ਜਿਹੜਾ ਇੱਕ ਮੇਜਰ ਕੁਐਸਚਨ ਮੇਰਾ ਜਿਹੜਾ ਸੀ ਉਹ ਮੈਂ ਆਖਿਰ ਵਾਸਤੇ ਸਾਂਭ ਕੇ ਰੱਖਿਆ ਸੀ, ਉਹ ਸੀਗਾ ਰੀਸੈਂਟ ਬੈਨ ਔਨ ਹਾਊਸਿੰਗ ਫॉर ਫੋਰਨਰਸ, ਕਿ ਬਾਹਰੋਂ ਜਿਹੜੇ ਲੋਕ ਆ ਰਹੇ ਨੇ ਉਹ ਇੱਥੇ ਘਰ ਨਹੀਂ ਖਰੀਦ ਸਕਦੇ। ਉਹਦੇ ਨਾਲ ਹੀ ਦੂਜੇ ਪਾਸੇ ਕੀ ਕਰ ਰਹੇ ਨੇ, ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਬਾਹਰੋਂ ਬੁਲਾ ਰਹੇ ਨੇ। ਇਹਨਾਂ ਚੀਜ਼ਾਂ ਨੂੰ ਆਪਾਂ ਕਿੱਦਾਂ ਰਿਲੇਟ ਕਰੀਏ, ਪਰਪਸ ਕੀ ਹੈ ਇੱਥੇ ਗਵਰਨਮੈਂਟ ਦਾ, ਕਰਨਾ ਕੀ ਚਾਹ ਰਹੇ ਨੇ ਉਹ ਇਹਦੇ ਬਾਰੇ? ਦੇਖੋ ਫੋਰਨ ਬਾਇਰ ਬੈਨ ਦਾ ਮਤਲਬ ਹੋ ਗਿਆ ਕਿ ਜਿਹੜਾ ਬੰਦਾ ਇੱਥੇ ਨਹੀਂ ਰਹਿੰਦਾ, ਨॉन ਰੈਜ਼ੀਡੈਂਟ ਕੈਨੇਡੀਅਨ ਖਰੀਦ ਪਾਇਆ ਜਾਂ ਨਾ ਖਰੀਦ ਪਾਇਆ, ਤੇ ਉਹਨਾਂ ਨੂੰ ਅਗਲੇ 2 ਸਾਲ ਵਾਸਤੇ ਜਿਹੜਾ 1 ਜਨਵਰੀ ਤੋਂ ਫੈਡਰਲ ਗਵਰਨਮੈਂਟ ਨੇ ਅਨਾਉਂਸ ਕੀਤਾ ਹੈ ਕਿ 2 ਸਾਲਾਂ ਤੱਕ ਉਹ ਲੋਕ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਨਹੀਂ ਖਰੀਦ ਸਕਣਗੇ ਜੀ। ਅਗਰ ਇਹਦੇ ਬਾਰੇ ਸੋਚੀਏ ਤਾਂ ਆਪਾਂ ਤੁਹਾਨੂੰ ਐਗਜ਼ਾਮਪਲ ਦਿੰਦੇ ਆ ਕਿ ਜਿਹੜਾ ਮੈਟਰੋ ਵੈਂਕੂਵਰ ਏਰੀਆ ਹੈ ਉਹਦੇ ਅੰਦਰ ਕਰੀਬ 3% ਸਿਰਫ 3% ਪ੍ਰਾਪਰਟੀਆਂ ਫੋਰਨ ਬਾਇਰਸ ਨੇ ਹੋਲਡ ਕੀਤੀਆਂ ਹੋਈਆਂ ਅੱਜ ਦੀ ਡੇਟ ਵਿੱਚ। जीटी अंदर ये फिगर 3.5% है। ओवरऑल अगर कनाडा पर लईए तो ਲੈਸ ਦੈਨ 1% ਪ੍ਰੋਪਰਟੀਜ਼ ਫੋਰਨ ਬਾਇਰਸ ਕੋਲ। ਤੇ ਆਪਾਂ ਕਹਾਂਗੇ ਕਿ ਫੋਰਨ ਬਾਇਰ ਨੂੰ ਬੈਨ ਕਰਨ ਨਾਲ ਕੋਈ ਇੰਪੈਕਟ ਪੈ ਜਾਊਗਾ ਰੀਅਲ ਏਸਟੇਟ ਤੇ, ਇੱਕਦਮ ਇਮੀਡੀਏਟਲੀ ਉਹ ਤਾਂ ਨਹੀਂ ਹੋਊਗਾ, ਬਟ ਦੈਨ ਆਪਾਂ ਕਹਾਂਗੇ ਸੰਕੇਤਿਕ ਹੈਗਾ। ਤੇ ਗਵਰਨਮੈਂਟ ਤੁਹਾਨੂੰ ਸਿਰਫ ਇੱਕ ਸਿਗਨਲ ਦੇਣਾ ਚਾਹੁੰਦੀ ਹੈ ਕਿ ਗਵਰਨਮੈਂਟ ਇਜ਼ ਆਫਟਰ ਇਸ ਕੀ ਰੀਅਲ ਏਸਟੇਟ ਜਿਹੜੀ ਮਨੀ ਲਾਂਡਰਿੰਗ ਜਾਂ ਅਦੀ ਚੀਜ਼ਾਂ ਹੋ ਕੇ ਜਿਹੜੀ ਕਹਿੰਦੇ ਨਾ ਕਿ ਆਰਟੀਫੀਸ਼ੀਅਲ ਡਿਮਾਂਡ ਕ੍ਰੀਏਟ ਕਰਕੇ ਲੋਕੀ ਬਹੁਤ ਜ਼ਿਆਦਾ ਰੇਟ ਲੋਕਾਂ ਨੇ ਵਧਾਤੇ, ਇਨਫਲੇਟ ਕਰਤੇ, ਉਹਨੂੰ ਕਰਬ ਕਰਨ ਵਾਸਤੇ ਉਹ ਚਾਹੁੰਦੀ ਹੈ ਫੋਰਨ ਤੋਂ ਜਿਹੜੀ ਕਹਿੰਦੇ ਨਾ ਅਨਆਥੋਰਾਈਜ਼ਡ ਜਾਂ ਹਵਾਲਾ ਵਾਲੀ ਜਿਹੜੀ ਚੀਜ਼ਾਂ ਨੇ ਉਹ ਪੈਸੇ ਨਾ ਆਣ, ਮਨੀ ਲਾਂਡਰਿੰਗ ਨਾ ਹੋਏ, ਉਹਦੇ ਕਰਕੇ ਬੇਸਿਕਲੀ ਇਹਨਾਂ ਨੇ ਲੈ ਕੇ ਆਏ ਨੇ। ਬਟ ਇਹਦੇ ਅੰਦਰ ਵੀ ਬਹੁਤ ਐਗਜ਼ੈਂਪਸ਼ਨਸ ਹੈਗੀਆਂ ਨੇ। ਮਤਲਬ ਇਹ ਸਭ ਤੋਂ ਪਹਿਲੇ ਤਾਂ ਬੈਨ ਸਿਰਫ ਹੈਗਾ ਰੈਜ਼ੀਡੈਂਸ਼ੀਅਲ ਪ੍ਰਾਪਰਟੀਜ਼ ਤੇ। ਕਮਰਸ਼ੀਅਲ ਪ੍ਰਾਪਰਟੀਜ਼ ਹੁਣੇ ਵੀ ਫੋਰਨ ਬਾਹਰ ਖਰੀਦ ਸਕਦਾ ਹੈ। ਰੈਜ਼ੀਡੈਂਸ਼ੀਅਲ ਪ੍ਰਾਪਰਟੀਜ਼ ਦੇ ਅੰਦਰ ਵੀ ਬੜੇ ਐਗਜ਼ੈਂਪਸ਼ਨਸ ਹੈਗੇ ਨੇ। ਜਿਹੜੀ ਪ੍ਰਾਪਰਟੀ 4 ਯੂਨਿਟ ਤੋਂ ਜ਼ਿਆਦਾ ਹੈ ਜੀ ਉਹ ਵੀ ਖਰੀਦ ਸਕਦਾ, ਯਾਨੀ ਕਿ ਰੈਂਟਲ ਪ੍ਰਾਪਰਟੀ, ਯਾਨੀ ਕਿ ਤੁਸੀਂ ਕੋਈ ਬਿਲਡਿੰਗ ਲੈ ਲਈ ਉਹਦੇ ਅੰਦਰ 4 ਯੂਨਿਟਸ ਨੇ ਜਾਂ ਉਸ ਤੋਂ ਜ਼ਿਆਦਾ ਨੇ, ਉਹ ਵੀ ਫੋਰਨ ਬਾਹਰ ਖਰੀਦ ਸਕਦਾ ਹੈ। ਉਹਦੇ ਇਲਾਵਾ ਅਗਰ ਫੋਰਨ ਬਾਹਰ ਇੱਥੇ ਜਿਵੇਂ ਅਸੀਂ ਕਿਹਾ ਵਰਕਰਸ ਬਹੁਤ ਆ ਰਹੇ ਨੇ, तो वर्कर्स का भी ख्याल रखा गया। अगर कोई वर्कर आया है इत्थे और 4 साल तो इत्थे रह रहे हैं एज अ वर्कर, पिछले 3 साल अगर उन्हें कोई अपनी रिटर्न भरी है इत्थे यानी इनकम टैक्स उन्हें रिटर्न भरी है तो वो भी खरीद सकता है इत्थे प्रॉपर्टी फॉरन होने तो बावजूद, बिकॉज हुण तक पक्का नहीं होया तो फॉरन बाहर ही होया वो भी खरीद सकता है। एवं स्टूडेंट दे भी हैगी है। स्टूडेंट्स वास्ते जो टाइम है 5 साल है। अगर कोई 5 साल तो इत्थे पढ़दा पिया एज अ स्टूडेंट तो उन्हें अगर अपना कि 244 दिन पर ईयर ਇੱਥੇ ਰਿਹਾ ਹੈ ਉਸ ਤੋਂ ਜ਼ਿਆਦਾ ਤੇ ਉਹ ਵੀ ਖਰੀਦ ਸਕਦਾ, ਬਟ ਕੈਪਿੰਗ ਹੈਗੀ 5 ਲੱਖ ਦੀ। ਨਹੀਂ 5 ਲੱਖ ਦਾ ਪ੍ਰਾਪਰਟੀ ਉਹ ਐਜ਼ ਅ ਫੋਰਨ ਵੀ ਖਰੀਦ ਸਕਦਾ ਹੈ। ਇਹਦੇ ਇਲਾਵਾ ਅਗਰ ਕੋਈ ਵਰਕਰ ਆਇਆ ਉਹਦੀ ਪੀਆਰ ਦੀ ਫਾਈਲ ਲੱਗੀ, ਜਿਵੇਂ ਮੈਂ ਦੱਸਿਆ ਤੁਹਾਨੂੰ ਕਿ ਰੀਜਨਲ ਏਰੀਆ 'ਚ ਗਿਆ, ਆਈ ਵੁੱਡ ਜਸਟ ਗਿਵ ਅ ਸਿਨੈਰੀਓ ਕਿ ਇੱਥੋਂ ਕੋਈ ਰੀਜਨਲ, ਇੱਥੇ ਦੇਖੋ 5 ਲੱਖ ਦੀ ਕੈਪਿੰਗ ਹੈਗੀ ਹੈ। 5 ਲੱਖ ਤੁਹਾਨੂੰ ਹੀ ਪਤਾ ਹੈ ਮੈਟਰੋ ਵੈਂਕੂਵਰ ਏਰੀਆ ਜੀਟੀਏ ਕੁਝ ਵੀ ਨਹੀਂ ਲੱਭਣਾ, ਇੱਕ ਕਮਰੇ ਦਾ ਕਹਿੰਦਾ ਨਾ ਖੁੰਝਾ ਵੀ ਨਹੀਂ ਆਣਾ। ਤੇ ਇਸ ਕਰਕੇ ਰੀਜਨਲ ਏਰੀਆ ਜਾਂਦਾ, ਉਹਨੂੰ 5 ਲੱਖ ਦਾ ਕੋਈ ਛੋਟਾ ਘਰ ਪਸੰਦ ਆਉਂਦਾ ਤੇ ਉਹਨੂੰ ਗਵਰਨਮੈਂਟ ਕਹਿੰਦੀ ਠੀਕ ਹੈ ਤੇਰੀ ਪੀਆਰ ਦੀ ਫਾਈਲ ਲੱਗ ਗਈ, ਤੂੰ ਸਾਲ ਅੰਦਰ ਪੀਆਰ ਹੋਣ ਵਾਲਾ ਤੂੰ ਵੀ ਬਾਏ ਕਰ ਸਕਦਾ। ਤੇ ਇਹਦੇ ਅੰਦਰ ਬਹੁਤ ਸਾਰੀ ਐਗਜ਼ੈਂਪਸ਼ਨਸ ਵੀ ਦਿੱਤੀਆਂ ਨੇ, ਬਟ ਯੈਸ ਇਹਨਾਂ ਦਾ ਮੇਨ ਏਮ ਹੈਗਾ ਇੱਕ ਤੇ ਮਾਰਕੀਟ ਨੂੰ ਦੱਸਣਾ ਕਿ ਦੇ ਆਰ ਡੂਇੰਗ ਸਮਥਿੰਗ ਸੋ ਦੈਟ ਇਨਫਲੇਸ਼ਨ ਘਟੇ, ਦੂਜੀ ਚੀਜ਼ ਦੇ ਮਨੀ ਲਾਂਡਰਿੰਗ ਨੂੰ ਕਰਬ ਕਰਨਾ ਚਾਹੁੰਦੇ ਨੇ ਜੀ। ਤੇ ਮਤਲਬ ਇਹ ਉਨਾ ਡਰਾਉਣਾ ਨਹੀਂ ਹੈ ਸੁਣਨ ਚ ਜਿੰਨਾ ਲੱਗਦਾ ਹੈ, ਕਿਉਂਕਿ ਇੱਕ ਵਾਰੀ ਤਾਂ ਤਹਿਲਕਾ ਮਚ ਗਿਆ ਸੀ ਜਦੋਂ ਇਹ ਨਿਊਜ਼ ਆਈ ਨਵੇਂ ਸਾਲ ਤੇ ਕਿ ਫੋਰਨ ਬਾਇਰਸ ਆਰ ਨਾਟ ਅਲਾਉਡ ਟੂ ਬਾਈ ਅ ਰੈਜ਼ੀਡੈਂਸ਼ੀਅਲ ਪ੍ਰਾਪਰਟੀ। ਖੈਰ ਉਹਦੇ ਤੇ ਸਾਡੇ ਵਿਚਾਰ ਥੋੜੇ ਖੋਲਣ ਵਾਸਤੇ ਬਹੁਤ ਬਹੁਤ ਧੰਨਵਾਦ। ਤੇ ਨਿਤਿਨ ਜੀ, ਜੇ ਆਪਾਂ ਹੁਣ ਮੇਜਰ ਚੰਕ ਆਫ ਪੋਪੂਲੇਸ਼ਨ ਇਨ ਕੈਨੇਡਾ ਦੀ ਗੱਲ ਕਰੀਏ ਜੋ ਕਿ ਹੈ ਸਟੂਡੈਂਟਸ, ਜਿਹੜੇ ਬਾਹਰੋਂ ਆ ਰਹੇ ਨੇ, ਉਮੀਦਾਂ ਲੈ ਕੇ ਆ ਰਹੇ ਨੇ, ਇੱਥੇ ਆਉਣਗੇ, ਰਹਿਣਗੇ, ਘਰ ਬਣਾਉਣਗੇ, ਇੰਨੀ ਮਹਿੰਗਾਈ ਵਿੱਚ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ? ਹਾਊ ਸ਼ੁੱਡ ਦੇ ਗੋ ਅਬਾਊਟ ਇਟ? ਬਿਕੋਜ਼ ਸਟੂਡੈਂਟਸ ਦਾ ਤੇ ਦੇ ਨਹੀਂ ਸਕਦੀ ਹੈ ਕੰਟਰੀ। ਅਸੀਂ ਕੁਝ ਅੱਜ ਤੋਂ 4-5 ਦਿਨ ਪਹਿਲੇ ਇੱਕ ਸੈਮੀਨਾਰ ਅਟੈਂਡ ਕਰ ਰਹੇ ਸੀ, ਉੱਥੇ ਮਿਨਿਸਟਰ ਵੀ ਆਏ ਹੋਏ ਸੀਗੇ ਤੇ ਮਿਨਿਸਟਰ ਨੇ ਸਾਡੇ ਨਾਲ ਡਿਸਕਸ਼ਨ ਕੀਤੀ ਤੇ ਉਹ ਕਹਿੰਦੇ ਨੇ ਜੀ ਜਿਹੜੀ ਕੈਨੇਡਾ ਦੀ ਨੰਬਰ 1 ਇੰਡਸਟਰੀ ਹੈ ਉਹ ਹੈਗੀ ਹੈ ਆਟੋਮੋਬਾਈਲ ਇੰਡਸਟਰੀ। ਤੇ ਲਾਸਟ ਈਅਰ ਦਾ ਆਟੋਮੋਬਾਈਲ ਇੰਡਸਟਰੀ ਦਾ ਜਿਹੜਾ ਜੀਡੀਪੀ ਨੂੰ ਕੰਟਰੀਬਿਊਸ਼ਨ ਸੀਗਾ ਉਹ ਸੀਗਾ $20 ਬਿਲੀਅਨ। ਠੀਕ ਹੈ ਜੀ। ਤੇ ਕਹਿੰਦੇ ਜਿਹੜਾ ਸਟੂਡੈਂਟ ਦਾ ਕੰਟਰੀਬਿਊਸ਼ਨ ਸੀਗਾ ਲਾਸਟ ਈਅਰ ਉਹ ਸੀਗਾ $21 ਬਿਲੀਅਨ। ਯਾਨੀ ਦੀ ਜੋ ਸਟੂਡੈਂਟਸ ਦੀ ਜਿਹੜੀ ਕੰਟਰੀਬਿਊਸ਼ਨ ਹੈ ਕੈਨੇਡਾ ਨੂੰ ਉਹ ਕੈਨੇਡਾ ਦੀ ਨੰਬਰ 1 ਟੌਪ ਇੰਡਸਟਰੀ ਤੋਂ ਵੀ ਜ਼ਿਆਦਾ ਹੈ। ਤੇ ਦੈਟਸ ਵਾਈ ਹਮੇਸ਼ਾ ਫੋਕਸ ਜਿਹੜਾ ਰਹਿੰਦਾ ਹੈ ਕੈਨੇਡੀਅਨ ਗਵਰਨਮੈਂਟ ਦਾ ਉਹ ਸਟੂਡੈਂਟਸ ਵੱਲੇ ਰਹਿੰਦਾ ਹੈ। ਤੇ ਉਹ ਚਾਹੁੰਦੇ ਨੇ ਸਟੂਡੈਂਟਸ ਇੱਕ ਤੇ ਵਰਕਰ ਜਲਦੀ ਬਣਨ, ਉਹਦੇ ਬਾਅਦ ਉਹ ਪੱਕੇ ਵੀ ਜਲਦੀ ਹੋਣ। ਤੇ ਹੁਣ ਉਹਨਾਂ ਨੇ ਜਿਵੇਂ ਲਾਸਟ ਈਅਰ ਕਰਤਾ ਸੀਗਾ ਕਿ ਬੱਚੇ ਫੁੱਲ ਟਾਈਮ ਕੰਮ ਵੀ ਕਰ ਸਕਦੇ ਨੇ। ਤੇ ਸਾਡਾ ਉਸ ਟਾਈਮ ਵੀ ਅਸੀਂ ਲੋਕਾਂ ਨਾਲ ਬਹੁਤ ਸਾਰੇ ਲੋਕਾਂ ਨਾਲ ਮਿਲੇ ਸੀਗੇ ਤੇ ਲੋਕਾਂ ਨੂੰ ਮੈਂ ਇਹ ਚੀਜ਼ ਕਹੀ ਸੀਗੀ ਅੱਜ ਤੁਹਾਨੂੰ ਅਗਰ ਆਰਸ ਵਧਾਤੇ ਨੇ, ਤੁਹਾਡੇ ਕੋਲ ਪੈਸੇ ਆ ਰਹੇ ਨੇ ਤੇ 2 ਚੀਜ਼ਾਂ ਦਾ ਧਿਆਨ ਰੱਖਣਾ ਹੈ। ਪਹਿਲੀ ਚੀਜ਼ ਆਪਣੀ ਸਟੱਡੀ ਨੂੰ ਤੁਸੀਂ ਇਫੈਕਟ ਨਹੀਂ ਹੋਣ ਦੇਣਾ, ਸਟੱਡੀ ਆਪਣੀ ਕਰਨੀ ਹੈ। ਤੇ ਦੂਜੀ ਚੀਜ਼ ਪੈਸੇ ਖਰਾਬ ਨਹੀਂ ਕਰਨੇ। ਐ ਨਹੀਂ ਕਿ ਆਈਫੋਨ 14 ਪ੍ਰੋ ਲੈ ਲਿਆ, ਮੈਕਸ ਲੈ ਲਿਆ, ਗੱਡੀ ਵੱਡੀ ਕਢਾ ਲਈ, ਨਾ। ਪੈਸੇ ਜੋੜੋ
ਤੁਹਾਨੂੰ ਪਤਾ ਹੈ ਗਵਰਨਮੈਂਟ ਤੁਹਾਨੂੰ ਹੈਲਪ ਕਰੇਗੀ। ਕੱਲ ਨੂੰ ਤੁਸੀਂ ਅਗਰ ਫਸਟ ਟਾਈਮ ਹੋਮ ਬਾਇਰ ਬਣੋਗੇ ਤੁਹਾਨੂੰ ਸਾਰਾ ਸਪੋਰਟ ਮਿਲੇਗਾ ਤੇ ਆਪਣੀ ਡਾਊਨ ਪੇਮੈਂਟ ਅੱਜ ਤੋਂ ਹੀ ਜੋੜਨੀ ਸ਼ੁਰੂ ਕਰ ਦਿਓ ਜੀ। ਡਾਊਨ ਪੇਮੈਂਟ 5% ਤੇ ਵੀ ਤੁਸੀਂ ਘਰ ਲੈ ਸਕਦੇ ਹੋ। ਫਸਟ ਟਾਈਮ ਹੋਮ ਬਾਇਰ ਨੂੰ ਗਵਰਨਮੈਂਟ ਹੈਲਪ ਕਰਦੀ ਹੈ। ਅਸੀਂ ਉਹਨੇ ਸਮਝਾਇਆ ਵੀ ਸੀ ਕਿ ਕਿਵੇਂ ਤੁਸੀਂ ਕਰ ਸਕਦੇ ਹੋ ਸਾਰਾ ਕੁਝ, ਤੇ ਉਹਨਾਂ ਵਾਸਤੇ ਬਹੁਤ ਪ੍ਰਾਈਮ ਬਹੁਤ ਵਧੀਆ ਟਾਈਮ ਹੈ। ਉਹਨਾਂ ਨੂੰ ਇਹ ਪੂਰੇ 2 ਸਾਲ ਦਿੱਤੇ ਨੇ ਗਵਰਨਮੈਂਟ ਨੇ। ਫੁੱਲ ਟਾਈਮ ਕੰਮ ਕਰੋ, ਡਟ ਕੇ ਪੜ੍ਹਾਈ ਕਰੋ ਤੇ ਪੈਸੇ ਜੋੜੋ ਤੇ ਡਾਊਨ ਪੇਮੈਂਟ ਆਪਣੀ ਇਸ ਟਾਈਮ ਨੂੰ ਯੂਜ਼ ਕਰਕੇ ਬਣਾਓ ਤੇ ਆਪਣੇ ਪ੍ਰਾਊਡ ਕਰੋ ਪੰਜਾਬ ਨੂੰ ਵੀ, ਇੰਡੀਆ ਨੂੰ ਵੀ ਤੇ ਆਪਣੇ ਪੇਰੈਂਟਸ ਨੂੰ ਵੀ। ਬਿਲਕੁਲ, ਕਿ ਬਚਕਾਨੀਆਂ ਹਰਕਤਾਂ ਤੋਂ ਬਾਹਰ ਨਿਕਲ ਕੇ ਥੋੜਾ ਜ਼ਿੰਦਗੀ ਨੂੰ ਸੀਰੀਅਸ ਲਓ, ਆਪਣੇ ਮਜ਼ੇ ਵੀ ਕਰੋ ਲੇਕਿਨ ਆਪਣੀ ਜਮਾ ਪੂੰਜੀ ਵੀ ਨਾਲ-ਨਾਲ ਇਕੱਠੀ ਕਰਦੇ ਰਹੋ। ਠੀਕ ਹੈ ਜੀ, ਇਹ ਸੀਗੀ ਆਪਣੇ ਸਟੂਡੈਂਟਸ ਲਈ ਇੱਕ ਐਡਵਾਈਸ। ਜੇ ਆਪਾਂ ਇਨ ਜਨਰਲ ਜਿੰਨੇ ਵੀ ਇਮੀਗ੍ਰੈਂਟ ਇੱਥੇ ਆਉਂਦੇ, ਚਾਹੇ ਉਹ ਵਰਕਰ ਨੇ, ਚਾਹੇ ਫੈਮਲੀਜ਼ ਨੇ, ਚਾਹੇ ਸਪਾਊਸ ਨੇ, ਜੇ ਤੁਸੀਂ ਉਹਨਾਂ ਨੂੰ ਕੋਈ ਮੈਸੇजेस ਦੇਣਾ ਚਾਹੋ ਆਪਣੇ ਵੱਲੋਂ, ਕੁਝ ਉਹਨਾਂ ਨੂੰ ਸੁਝਾਅ ਦੇਣਾ ਚਾਹੋ ਕਿ ਇਸ ਤਰ੍ਹਾਂ ਦੀ ਮਾਰਕੀਟ 'ਚ ਕਿਸ ਤਰ੍ਹਾਂ ਆ ਕੇ ਉਹ ਰਹਿ ਸਕਦੇ ਨੇ, ਜਾਂ ਮੈਂ ਕੁਝ ਮਿਸ ਕਰਤਾ ਹੋਵੇ, ਤੁਸੀਂ ਉਹ ਦੱਸਣਾ ਚਾਹੋ। ਦੇਖੋ ਸੁਝਾਅ ਕੀ ਹੁੰਦਾ ਹੈ, ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਸਾਨੂੰ ਫੋਲੋ ਕਰਨਾ ਚਾਹੀਦਾ ਗਵਰਨਮੈਂਟ ਨੂੰ। ਜਿਵੇਂ ਗਵਰਨਮੈਂਟ ਦਾ ਇਸ ਵੇਲੇ ਜਿਹੜਾ ਝੁਕਾਅ ਹੈਗਾ ਰੀਜਨਲ ਏਰੀਆਜ਼ ਦੇ ਵੱਲ, ਉਹਨਾਂ ਦਾ ਝੁਕਾਅ ਹੈਗਾ ਕਿ ਉਹ ਏਰੀਆ ਜਿਹੜੇ ਅਨਟੈਪਡ ਨੇ, ਜਿੱਥੇ ਲੋਕੀ ਅੱਜ ਤੱਕ ਨਹੀਂ ਜਾਂਦੇ, ਉੱਥੇ ਜਾਓ। ਉੱਥੇ ਉਹ ਤੁਹਾਨੂੰ ਸਹੂਲਤ ਦੇ ਰਹੇ ਨੇ। ਜਿਵੇਂ ਤੁਸੀਂ ਵਰਕਰ ਆਏ ਹੋ ਜਾਂ ਸਟੂਡੈਂਟ, ਤੁਸੀਂ ਹੁਣੇ ਵਰਕਰ 'ਚ ਕਨਵਰਟ ਹੋਏ ਹੋ, ਤੁਸੀਂ ਪੱਕੇ ਹੋਣਾ ਚਾਹੁੰਦੇ ਹੋ, ਉੱਥੇ ਪੱਕੇ ਹੋਣ ਦੀ ਜੋ ਪੋਸੀਬਿਲਿਟੀਜ਼ ਨੇ ਉਹ ਵੀ ਈਜ਼ੀਅਰ ਨੇ ਤੇ ਪਲੱਸ ਤੁਹਾਨੂੰ ਉੱਥੇ ਕਾਸਟ ਆਫ ਲਿਵਿੰਗ ਵੀ ਘੱਟ ਮਿਲੇਗੀ। ਅਪੋਰਚੁਨਿਟੀਜ਼ ਉੱਥੇ ਵੀ ਹੈਗੀਆਂ ਨੇ ਕਮਾਉਣ ਦੀਆਂ ਤੇ ਉੱਥੇ ਰੀਅਲ ਏਸਟੇਟ ਵੀ ਸਲੋ ਹੈਗੀ। ਬੇਸਿਕਲੀ ਉੱਥੇ ਘੱਟ ਪ੍ਰਾਈਸ ਤੇ ਤੁਹਾਨੂੰ ਪ੍ਰਾਪਰਟੀ ਮਿਲ ਜਾਂਦੀ ਹੈ ਤੇ ਉੱਥੇ ਜਿਹੜਾ 5% ਜਾਂ 10% ਤੁਸੀਂ ਡਾਊਨ ਕਰਨਾ, ਉਹ ਅਮਾਊਂਟ ਘੱਟ ਹੋ ਜੂਗੀ। ਪਲੱਸ ਬੜੇ ਸਾਰੀ ਜਿਹੜੀ ਗਵਰਨਮੈਂਟ ਦੀ ਪਾਲਿਸੀਆਂ ਨੇ, ਉਹ 5 ਲੱਖ ਤੱਕ ਦੀ ਘਰ ਖਰੀਦਣ ਤੇ ਫਸਟ ਟਾਈਮ ਬਹੁਤ ਹੁੰਦੀਆਂ ਨੇ, ਤੇ ਉਹ ਸਭ ਤੁਹਾਨੂੰ ਉੱਥੇ ਹੀ ਮਿਲੇਗਾ। ਮੈਟਰੋ ਵੈਂਕੂਵਰ ਜਾਂ ਟੋਰਾਂਟੋ ਤੁਸੀਂ ਪਤਾ ਹੀ ਹੈ ਕਿ 5 ਲੱਖ ਵਿੱਚ ਆਉਂਦਾ ਹੀ ਕੁਝ ਨਹੀਂ। ਤੇ ਐਂਡ ਸਭ ਤੋਂ ਵੱਡੀ ਗੱਲ ਜਿਹੜੀ ਹੈ, ਉੱਥੇ ਕਾਸਟ ਆਫ ਲਿਵਿੰਗ ਬਹੁਤ ਘੱਟ ਹੈ, ਰੈਂਟਲ ਅੱਜ ਦੀ ਡੇਟ ਵੀ ਬਹੁਤ ਘੱਟ ਨੇ। ਤੇ ਤੁਹਾਡੇ ਵਾਸਤੇ ਉੱਥੇ ਜਾ ਕੇ ਕੰਮ ਕਰਨਾ, ਆਪਣੇ ਵਾਸਤੇ ਇੱਕ ਆਪਣਾ ਘਰ ਬਣਾਉਣਾ, ਆਪਣੇ ਵਾਸਤੇ ਡਾਊਨ ਪੇਮੈਂਟ ਕਰਨਾ, ਉਹ ਵਧੀਆ ਇੱਕ ਬਹੁਤ ਵਧੀਆ 골ਡਨ ਚਾਂਸ ਹੋਊਗਾ। ਔਰ ਗਵਰਨਮੈਂਟ ਦੀ ਕੰਸੈਂਟਰੇਸ਼ਨ, ਗਵਰਨਮੈਂਟ ਦੀ ਅਗਰ ਉੱਥੇ ਕੀ ਕਹਿੰਦੇ ਨਾ ਕਿ ਪੂਰਾ ਅਗਰ ਫੋਕਸ ਹੀ ਉਸ ਏਰੀਆ ਤੇ ਹੈਗਾ ਤੇ ਉਹ ਡਿਵੈਲਪ ਕਰੂਗਾ। ਜਿਹੜਾ ਆਪਣਾ GTA ਏਰੀਆ ਹੈ ਜਾਂ ਆਪਣਾ ਵੈਂਕੂਵਰ ਏਰੀਆ, ਉਹ ਆਲਰੇਡੀ ਬਹੁਤ ਡਿਵੈਲਪ ਕਰ ਚੁੱਕਿਆ ਹੈ, ਪੋਪੂਲੇਸ਼ਨ ਡੈਂਸਿਟੀ ਹੋ ਚੁੱਕੀ ਹੈ ਇੱਥੇ, ਬਲਕਿ ਹੁਣ ਰਿਸੋਰਸਿਸ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਹੈ। ਤਾਂ ਉਹ ਸਭ ਪ੍ਰੋਬਲਮ ਤੋਂ ਬਾਹਰ ਤੁਸੀਂ ਰੀਅਲ ਕੈਨੇਡਾ ਵਿੱਚ ਜਾਓਗੇ। ਜਿਹੜਾ ਕੈਨੇਡਾ ਹੈਗਾ ਉਹ ਬਰੈਂਪਟਨ ਔਰ ਸਰੀ ਤੋਂ ਬਾਹਰ ਹੈ। ਬਲਕਿ ਮੈਂ ਸਭ ਨੂੰ ਇਹ ਕਹਿਣਾ ਹੁੰਦਾ ਹੈ ਮਜ਼ਾਕ ਵਿੱਚ ਕਿ ਜਿਹੜਾ ਕੈਨੇਡਾ ਹੈਗਾ ਉਹ ਬਰੈਂਪਟਨ ਔਰ ਸਰੀ ਦੇ ਵਿੱਚ ਹੈ। ਬਿਕੋਜ਼ ਸਰੀ ਬਿਲਕੁਲ ਵੈਸਟ ਹੈਗਾ ਤੇ ਬਰੈਂਪਟਨ ਬਿਲਕੁਲ ਈਸਟ ਹੈਗਾ, ਤੇ ਉਹਦੇ ਬਿਲਕੁਲ ਵਿੱਚ ਪੂਰਾ ਕੈਨੇਡਾ ਆਉਂਦਾ ਹੈ। ਤੇ ਜਦ ਵੀ ਤੁਸੀਂ ਕੈਨੇਡਾ ਆਉਣ ਦੀ ਸੋਚਦੇ ਹੋ, ਐਸਪੀਰੇਸ਼ਨ ਰੱਖਦੇ ਹੋ, ਹੋਮਵਰਕ ਕਰਦੇ ਹੋ ਆਉਣ ਦਾ, ਵੀਜ਼ਾ ਦਾ, ਸਟੱਡੀ ਦਾ, ਵਰਕਰ ਦਾ, ਨਾਲ ਦੇ ਨਾਲ ਜੀਓਗ੍ਰਾਫੀ ਨੂੰ ਵੀ ਪੜੋ। ਦੇਖੋ ਕਿੱਥੇ ਕਿੱਥੇ ਕਿਹੜੇ ਏਰੀਆਜ਼ ਨੇ। 10 ਪ੍ਰੋਵਿੰਸਿਸ ਨੇ ਕੈਨੇਡਾ ਦੇ ਅੰਦਰ, 3 ਯੂਨੀਅਨ ਟੈਰੀਟਰੀਜ਼ ਨੇ ਕੈਨੇਡਾ ਦੇ ਅੰਦਰ। ਇਹ 13 ਜਗ੍ਹਾਵਾਂ ਤੇ ਕਿੱਥੇ ਤੁਹਾਨੂੰ ਅਪੋਰਚੁਨਿਟੀ ਅੱਛੀ ਮਿਲਦੀ ਹੈ ਆਊਟਸਾਈਡ ਬਰੈਂਪਟਨ ਐਂਡ ਵੈਂਕੂਵਰ। ਮੈਂ ਖੁਦ ਵੈਂਕੂਵਰ ਦਾ ਰੀਅਲਟਰ ਹਾਂ, ਬਟ ਸਟਿਲ ਆਈ ਵੁੱਡ ਸੁਜੈਸਟ ਕਿ ਤੁਸੀਂ ਓਬਵੀਅਸਲੀ BC ਅੰਦਰ ਬਹੁਤ ਸਾਰੇ ਏਰੀਆਜ਼ ਨੇ ਜਿਹੜੇ ਅਨਟੈਪਡ ਨੇ, ਉੱਥੇ ਜਾਓ, ਉਹਨਾਂ ਨੂੰ ਦੇਖੋ, homework ਕਰਕੇ ਆਓ, and then you will have a better future in Canada, and Canada is there to help you। ਇੱਥੇ ਸਭ ਦੀ ਬਹੁਤ ਜ਼ਿਆਦਾ ਵੈਲਕਮ ਹੈ। and then yes, ਇਧਰ ਆਉਣ ਵਾਲੇ 2030 ਤੱਕ ਜਿਹੜਾ ਐਸਟੀਮੇਟਡ ਹੈ 1 ਮਿਲੀਅਨ ਲੋਕਾਂ ਨੇ ਰਿਟਾਇਰ ਹੋ ਜਾਣਾ ਤੇ ਕਾਮਯਾਬੀ ਘੱਟ ਹੈਗੀ ਹੈ। ਇਸ ਵੇਲੇ ਅਨਐਮਪਲੋਇਮੈਂਟ ਰੇਟ ਸਿਰਫ 5% ਹੈ, ਤੇ ਯਾਨੀ ਤੁਹਾਡੇ ਕੋਲ ਅਪੋਰਚੁਨਿਟੀਜ਼ ਕੰਮ ਦੀ ਬਹੁਤ ਹੈ। ਕਾਸਟ ਆਫ ਲਿਵਿੰਗ ਜਿਹੜੀ ਜ਼ਿਆਦਾ ਹੈ ਉਹ ਸਿਰਫ ਮੈਟਰੋ ਏਰੀਆਜ਼ ਹੀ ਹੈਗੀ, ਬਾਕੀ ਏਰੀਆਜ਼ में ਅੱਜ ਦੀ ਡੇਟ ਵਿੱਚ ਵੀ ਬਹੁਤ ਵਧੀਆ ਹੈ। ਤੇ ਆਈ ਵੁੱਡ ਸੁਜੈਸਟ ਜਸਟ ਥੋੜਾ ਜਿਹਾ ਹੋਮਵਰਕ ਕਰਕੇ ਆਓ ਤੇ ਪ੍ਰੋਫੈਸ਼ਨਲਸ ਦੀ ਹੈਲਪ ਲਓ। ਟੀਵੀ ਪੰਜਾਬ ਕੋਲ ਬਹੁਤ ਪ੍ਰੋਫੈਸ਼ਨਲਸ ਆਉਂਦੇ ਨੇ, ਜੋ ਰੀਅਲਟਰਸ ਵੀ ਆਉਂਦੇ ਨੇ, ਕੰਸਲਟੈਂਟਸ ਵੀ ਆਉਂਦੇ ਨੇ। ਦੈਨ ਯੂ ਕੈਨ ਜਸਟ ਕੰਟੈਕਟ them also, they will guide you, they will connect you with professionals, and ਉੱਥੋਂ ਹੈਲਪ ਲੈ ਕੇ ਹੋਮਵਰਕ ਕਰਕੇ ਆਓ ਤੇ ਤੁਹਾਡੇ ਵਾਸਤੇ ਬਹੁਤ ਵਧੀਆ ਕੰਟਰੀ ਕੈਨੇਡਾ, ਐਂਡ ਪੂਰੇ ਹੱਥ ਖੋਲ ਕੇ ਖੜੀ ਹੈ। ਜੀ ਬਿਲਕੁਲ, ਕੈਨੇਡਾ ਇਜ਼ ਦ ਲੈਂਡ ਆਫ ਅਪੋਰਚੁਨਿਟੀਜ਼। ਬਿਲਕੁਲ, ਬਹੁਤ ਚੰਗੀ ਗੱਲ ਇਹ ਤੁਸੀਂ ਕਹੀ। ਥੈਂਕ ਯੂ ਸੋ ਮਚ ਨਿਤਿਨ ਜੀ ਸਾਡੇ ਨਾਲ ਬਣੇ ਰਹਿਣ ਲਈ। ਤਾਂ ਇਹ ਸੀ ਸਾਡੇ ਨਾਲ ਨਿਤਿਨ ਚੱਡਾ ਜੀ, ਜੋ ਕਿ ਹੈ ਲਾਇਸੈਂਸਡ ਰੀਅਲਟਰ ਫਰਮ ਫਰੇਜ਼ਰ ਵੈਲੀ ਬੋਰਡ ਆਫ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਤੋਂ। ਇਹਨਾਂ ਦੀ ਐਡਵਾਈਸ ਨੂੰ ਫੋਲੋ ਕਰੋ। ਸਕਰੀਨ ਤੇ ਦਿੱਤੇ ਗਏ ਈਮੇਲ ਤੇ ਜੇ ਕੋਈ ਕੁਐਸਚਨਸ ਨੇ, ਕੋਈ ਆਨਸਰਸ ਨੇ, ਕੋਈ ਸੁਝਾਅ ਨੇ ਤਾਂ ਸਾਨੂੰ ਲਿਖਣਾ ਨਾ ਭੁੱਲਿਓ। ਅੱਜ ਦੇ ਇਸ ਸੈਗਮੈਂਟ ਵਿੱਚ ਬਸ ਇੰਨਾ ਹੀ। ਦੇਸ਼ ਵਿਦੇਸ਼ ਦੀਆਂ ਤਾਜ਼ੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ TV ਪੰਜਾਬ।